ਰੋਜ਼ ਅੰਮ੍ਰਿਤ ਬਾਣੀ ਦਾ ਕੀਰਤਨ ਹੁੰਦਾ ਹੈ। ਅਸੀਂ ਕਰਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਅੰਮ੍ਰਿਤ ਰਸ ਸਾਨੂੰ ਕਦੇ ਨਹੀਂ ਆਇਆ। ਜੇਕਰ ਮਾਮੂਲੀ ਜਿਹੇ ਮਨ ਦੇ ਟਿਕਾ ਨਾਲ ਕੁਝ ਆਨੰਦ ਜਿਹਾ ਮਹਿਸੂਸ ਹੋਇਆ ਤਾਂ ਇਸ ਨੂੰ ਅੰਮ੍ਰਿਤ ਰਸ ਸਮਝ ਲੈਣਾ ਸਾਡੀ ਗਲਤੀ ਹੈ। ਉਪਰੋਕਤ ਵਿਆਖਿਆ ਸੰਤ ਜੀ ਤਾਂ ਹੀ ਕਰਦੇ ਸਨ ਕਿ ਪਹਿਲਾਂ ਉਹ ਆਪ ਰੱਜ ਰੱਜ ਕੇ ਅੰਮ੍ਰਿਤ ਰਸ ਪੀ ਪੀ ਕੇ ਤ੍ਰਿਪਤ ਅਗਾਏ ਹੋਏ ਰਹਿੰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਸੰਤ ਜੀ ਦੇ ਹਿਰਦੇ ਅੰਦਰ ਅਖੰਡ ਕੀਰਤਨ, ਅਖੰਡ ਸਿਮਰਨ ਦਾ ਪ੍ਰਵਾਹ ਅਚਿੰਤੇ ਹੀ ਕਦੇ ਨਹੀਂ ਸੀ ਰੁਕਦਾ। ਇਹ ਅਖੰਡ ਕੀਰਤਨ, ਅਖੰਡ ਸਿਮਰਨ ਰੂਪ ਪ੍ਰਭ ਕੀ ਬਾਤ ਸਦਾ ਹੀ ਸੁਣਦੀ ਰਹਿੰਦੀ ਸੀ। ਜਿਨ੍ਹਾਂ ਨੂੰ ਕਿਰਪਾ ਕਰਕੇ ਪ੍ਰਭੂ ਨੇ ਆਪਣੇ ਬਣਾ ਲਿਆ, ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ ਦਿੱਤੀ। ਉਹ ਅੱਠੇ ਪਹਿਰ ਪ੍ਰਭੂ ਦੇ ਗੁਣ ਗਾਉਣ ਵਿੱਚ ਸਦਾ ਸਦਾ ਲੱਗੇ ਰਹਿੰਦੇ ਹਨ। ਇਸੇ ਲਈ ਉਹਨਾਂ ਨੂੰ ਕਾਮ, ਕ੍ਰੋਧ ਆਦਿਕ ਪੰਜੇ ਚੋਰ ਛੱਡ ਜਾਂਦੇ ਹਨ। ਉਹ ਦਿਨੇ ਰਾਤ ਸਦਾ ਹੀ ਆਪਣੇ ਪਿਆਰੇ ਪ੍ਰਭੂ ਦੇ ਦਰਸ਼ਨਾਂ ਨੂੰ ਵੇਖ ਵੇਖ ਕੇ, ਅੰਮ੍ਰਿਤ ਹਰ ਰਸ ਭੋਜਨ ਖਾ ਖਾ ਕੇ ਸਦਾ ਹੀ ਤ੍ਰਿਪਤ ਅਗਾਏ ਰਹਿੰਦੇ ਹਨ। ਸਾਰੀਆਂ ਹੋਰ ਭੁੱਖਾਂ ਤੋਂ ਸਦਾ ਹੀ ਰੱਜੇ ਰਹਿੰਦੇ ਹਨ। ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਮਿਲੇ ਰਹਿਣ ਲਈ ਸਦਾ ਹੀ ਅਰਜ਼ੋਈ ਕਰਨ ਵਾਸਤੇ ਗੁਰੂ ਸਾਹਿਬ ਆਪ ਪ੍ਰੇਰਨਾ ਦੇ ਰਹੇ ਹਨ, ਜਿਹੜੇ ਸਦਾ ਹੀ ਮਨ ਕਰਕੇ ਪ੍ਰਭੂ ਦੀ ਚਰਨ ਸ਼ਰਨ ਵਿੱਚ ਹਜ਼ੂਰੀ ਵਿੱਚ ਰਹਿੰਦੇ ਹਨ। ਸਰੀਰ ਕਰਕੇ ਦੁਨੀਆ ਵਿੱਚ, ਮਨ ਕਰਕੇ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿੱਚ, ਸੱਚਖੰਡ ਵਿੱਚ ਹੀ ਰਹਿੰਦੇ ਹਨ। ਹੇ ਵਾਹਿਗੁਰੂ ਜੀ, ਮੈਨੂੰ ਇਹੋ ਜਿਹੇ ਗੁਰਸਿੱਖਾਂ ਦੀ ਸਤ ਸੰਗਤ ਵਿੱਚ ਮਿਲਾ ਦੇਣ ਦੀ ਬਖਸ਼ਿਸ਼ ਕਰੋ ਜੀ, ਜਿੱਥੇ ਭਾਈ ਸਾਹਿਬ, ਭਾਈ ਰਣਧੀਰ ਸਿੰਘ ਜੀ ਅਤੇ ਉਹਨਾਂ ਦੀ ਸੰਗਤ ਦੇ ਹੋਰ ਪ੍ਰੇਮੀ ਸਿੰਘ ਕੀਰਤਨ ਕਰਦੇ ਹੁੰਦੇ ਸਨ, ਉੱਥੇ ਅੰਮ੍ਰਿਤ ਰਸ ਦੇ ਚਸ਼ਮੇ ਉਹਨਾਂ ਦੇ ਅੰਦਰੋਂ ਅੰਦਰ ਫੁੱਟ ਫੁੱਟ ਕੇ ਅੰਮ੍ਰਿਤ ਪ੍ਰਵਾਹ ਚੱਲਦਾ ਸੀ। ਇਸ ਅੰਮ੍ਰਿਤ ਰਸ ਨੂੰ ਉਹ ਆਪ ਰੱਜ ਰੱਜ ਕੇ ਪੀਂਦੇ ਸਨ ਅਤੇ ਇਸ ਦੇ ਪਾਤਰ ਐਲੀਜੀਬਲ ਹੋਰਨਾਂ ਗੁਰਸਿੱਖਾਂ ਨੂੰ ਅੰਦਰੋਂ ਅੰਦਰੀ ਵੰਡਦੇ ਵੀ ਸਨ। ਸਤਿਗੁਰੂ ਦੇ ਭੰਡਾਰੇ ਵਿੱਚੋਂ ਇਸ ਤਰ੍ਹਾਂ ਜਿੱਥੇ ਰੱਜ ਰੱਜ ਕੇ ਅੰਮ੍ਰਿਤ ਰਸ ਪੀਤਾ ਜਾਂਦਾ ਸੀ ਅਤੇ ਵੰਡਿਆ ਜਾਂਦਾ ਸੀ, ਉੱਥੇ ਜਾਣ ਤੋਂ ਸੰਤ ਬਾਬਾ ਜੀ ਕਹਿਣ ਕਿ ਉੱਥੇ ਮੈਂ ਕੀ ਕਰਾਂਗਾ, ਇਸ ਦਾ ਅਰਥ ਸਮਝਣ ਵਾਲੇ ਭਾਈ ਸਾਹਿਬ ਹੀ ਸਨ। ਇਹ ਸਾਨੂੰ ਸਮਝ ਨਹੀਂ ਆ ਸਕਦਾ। ਭਾਈ ਸਾਹਿਬ ਜੀ ਵਰਗੇ ਪੂਰਨ ਪ੍ਰਤਾਪੀ ਗੁਰਸਿੱਖ ਦੇ ਸਾਹਮਣੇ ਉਹੀ ਇਸ ਤਰ੍ਹਾਂ ਦੇ ਬੋਲ ਬੋਲ ਸਕਦਾ ਹੈ ਜਿਹੜਾ ਨਾਮ ਜਪਣ ਦੀ ਅਟੁੱਟ ਕਮਾਈ ਕਰਕੇ ਪੂਰਨ ਜੋਤ ਵਿਗਾਸੀ ਬਣ ਜਾਵੇ, ਜਾਂ ਨਾਮ ਜਪ ਜਪ ਕੇ ਨਾਮੀ ਵਾਹਿਗੁਰੂ ਦੇ ਵਿੱਚ ਹੀ ਸਮਾ ਗਿਆ ਹੋਵੇ। ਹੋਰ ਕੋਈ ਘੱਟੋ ਘੱਟ ਭਾਈ ਸਾਹਿਬ ਜੀ ਨੂੰ ਸੰਬੋਧਨ ਕਰਕੇ ਇਹੋ ਜਿਹੇ ਵਚਨ ਬੋਲਣ ਦਾ ਹੀਆ ਨਹੀਂ ਸੀ ਕਰ ਸਕਦਾ। ਪਰੰਤੂ ਸੰਤ ਜੀ ਗੁਪਤ ਰਹਿਣ ਕਾਰਨ ਸਗੋਂ ਇਹੋ ਜਿਹੀਆਂ ਗੱਲਾਂ ਕਰਦੇ ਹੀ ਭਾਈ ਸਾਹਿਬ ਜੀ ਨਾਲ ਸਨ। ਭਾਈ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨਾਲ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਸਨ। ਮੇਰੇ ਕੰਨਾਂ ਵਿੱਚ ਇਹੋ ਜਿਹੀ ਗੱਲ ਤਾਂ ਪੈ ਗਈ ਕਿ 30 ਸਾਲ ਉਹਨਾਂ ਦੀ ਸੰਗਤ ਕਰਨ ਦਾ ਸਮਾਂ ਵੀ ਕਾਫੀ ਲੰਮਾ ਹੈ ਅਤੇ ਮੈਂ ਬੋਲਦਾ ਵੀ ਬਹੁਤ ਸੀ। ਕਦੇ ਨਾ ਕਦੇ ਮੇਰੀ ਕਿਸੇ ਗੱਲ ਦੇ ਸੰਬੰਧ ਵਿੱਚ ਉਹਨਾਂ ਤੋਂ ਕੁਝ ਕਹਿ ਵੀ ਹੋ ਜਾਂਦਾ ਸੀ। ਇਹ ਅੰਮ੍ਰਿਤ ਰਸ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੋ ਸਕਦਾ।
ਇਹ ਗੁਰੂ ਦੀ ਕਿਰਪਾ ਨਾਲ ਇਸ ਅੰਮ੍ਰਿਤ ਰਸ ਦੇ ਪਾਤਰ ਬਣੇ ਗੁਰਸਿੱਖਾਂ ਨੂੰ ਹੀ ਮਿਲਦਾ ਹੈ। ਸੰਤ ਬਾਬਾ ਜੀ ਦੀ ਸੰਗਤ ਵਿੱਚ ਇੱਕ ਗੁਰਸਿੱਖ ਨੂੰ ਇਹ ਅੰਮ੍ਰਿਤ ਰਸ ਕਿਵੇਂ ਆ ਰਿਹਾ ਸੀ ਅਤੇ ਕਿਵੇਂ ਖਤਮ ਹੋ ਗਿਆ, ਇਹ ਮੇਰੀ ਹਾਜ਼ਰੀ ਵਿੱਚ ਹੋਈ ਘਟਨਾ ਇੱਥੇ ਦੇ ਦੇਣੀ ਉਚਿਤ ਹੋਵੇਗੀ। ਇਸ ਨਾਲ ਸੰਤ ਜੀ ਦੀ ਨਾਮ ਦੀ ਕਮਾਈ ਦੀ ਬਰਕਤ ਅਤੇ ਉਹਨਾਂ ਦੀ ਸ਼ੁਭ ਦ੍ਰਿਸ਼ਟੀ ਦੀ ਵੀ ਸਮਝ ਆ ਜਾਵੇਗੀ। ਇੱਕ ਛੋਟੇ ਜਿਹੇ ਸ਼ਹਿਰ ਦੇ ਬਾਜ਼ਾਰ ਵਿੱਚ ਇੱਕ ਦੰਦਾਂ ਦੇ ਡਾਕਟਰ ਪਾਸ ਸੰਤ ਜੀ ਦੇ ਦੰਦਾਂ ਦੇ ਇਲਾਜ ਲਈ ਬੈਠੇ ਸੀ। ਸੰਤ ਜੀ ਦੀ ਡਾਕਟਰ ਪਾਸ ਜਾਣ ਲਈ ਵਾਰੀ ਦੀ ਉਡੀਕ ਕਰ ਰਹੇ ਸੀ। ਉੱਥੇ ਨਾ ਕੋਈ ਕੀਰਤਨ ਕਿਤੇ ਤੋਂ ਸੁਣ ਰਿਹਾ ਸੀ ਅਤੇ ਨਾ ਹੀ ਕੋਈ ਰਸਨਾ ਨਾਲ ਨਾਮ ਅਭਿਆਸ ਕਰ ਰਹੇ ਸੀ। ਮੈਂ ਸੰਤ ਜੀ ਦੇ ਨਾਲ ਬੈਠਾ ਸੀ ਅਤੇ ਉਹ ਸਿੰਘ ਮੇਰੇ ਨਾਲ ਬੈਠਾ ਸੀ। ਭਾਵ ਮੈਂ ਸੰਤ ਜੀ ਅਤੇ ਉਸ ਗੁਰਸਿੱਖ ਦੇ ਵਿਚਕਾਰ ਬੈਠਾ ਸੀ। ਅਸੀਂ ਤਿੰਨੇ ਹੀ ਇੱਕ ਬੈਂਚ ਉੱਤੇ ਬੈਠੇ ਸੀ। ਉਹ ਗੁਰਸਿੱਖ ਮੇਰੇ ਅੱਗੋਂ ਦੀ ਸੰਤ ਜੀ ਨਾਲ ਗੱਲ ਕਰਨ ਲੱਗਾ ਕਿ ਬਾਬਾ ਜੀ, ਮੇਰਾ ਅੰਦਰ ਸਾਰਾ ਹੀ ਅੰਮ੍ਰਿਤ ਰਸ ਨਾਲ ਭਰ ਕੇ ਅੰਮ੍ਰਿਤ ਰਸ ਪੇਟ ਤੋਂ ਉੱਪਰ ਨੂੰ ਆ ਰਿਹਾ ਹੈ ਅਤੇ ਗਲੇ ਤੱਕ ਅੰਮ੍ਰਿਤ ਰਸ ਪਹੁੰਚ ਗਿਆ ਹੈ। ਅਸਲ ਵਿੱਚ ਉਹ ਅੰਮ੍ਰਿਤ ਰਸ ਲਈ ਬਿਲਕੁਲ ਨਵਾਂ ਸੀ। ਉਹ ਚਾਹੁੰਦਾ ਸੀ ਕਿ ਮੈਂ ਸੰਤ ਜੀ ਨੂੰ ਵੀ ਅਤੇ ਗੁਰਸ਼ਰਨ ਸਿੰਘ ਜੀ ਨੂੰ ਵੀ ਦੱਸ ਦੇਵਾਂ ਕਿ ਮੈਨੂੰ ਇਸ ਤਰ੍ਹਾਂ ਅੰਮ੍ਰਿਤ ਰਸ ਪ੍ਰਾਪਤ ਹੋ ਰਿਹਾ ਹੈ। ਉਸ ਨੂੰ ਇਹ ਪਤਾ ਵੀ ਸੀ ਕਿ ਮੈਨੂੰ ਇਹ ਰਸ ਸੰਤ ਜੀ ਦੀ ਸੰਗਤ ਸਦਕਾ ਹੀ ਆ ਰਿਹਾ ਹੈ ਅਤੇ ਉਹ ਆਪ ਵੀ ਕਹਿ ਰਿਹਾ ਸੀ ਕਿ ਮੈਂ ਤਾਂ ਸਿਮਰਨ ਵੀ ਨਹੀਂ ਕਰ ਰਿਹਾ। ਉਸ ਗੁਰਸਿੱਖ ਨੇ ਸੰਤ ਜੀ ਨੂੰ ਪੁੱਛਿਆ ਕਿ ਹੁਣ ਇਸ ਤੋਂ ਬਾਅਦ ਹੋਰ ਕਿਸ ਤਰ੍ਹਾਂ ਨਾਮ ਦਾ ਰਸ ਆਵੇਗਾ। ਸੰਤ ਜੀ ਨੇ ਕਲੀਨਿਕ ਵਿੱਚ ਬੈਠੇ ਸੰਖੇਪ ਵਿੱਚ ਹੀ ਪਰ ਬੜਾ ਤਸੱਲੀ ਬਖਸ਼ ਦੂਰ ਤੋਂ ਹੀ ਹੌਲੀ ਜਿਹੀ ਆਵਾਜ਼ ਵਿੱਚ ਉੱਤਰ ਦਿੱਤਾ ਕਿ ਜਿਸ ਤਰ੍ਹਾਂ ਇਹ ਰਸ ਉੱਪਰ ਨੂੰ ਆ ਰਿਹਾ ਹੈ, ਹੁਣ ਰਸਨਾ 'ਤੇ ਆ ਜਾਣ ਨਾਲ ਤੈਨੂੰ ਆਪੇ ਹੀ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਉਸ ਨੂੰ ਆ ਰਿਹਾ ਇਹ ਨਾਮ ਦਾ ਰਸ ਪਿੱਛੇ ਹੀ ਮੁੜ ਗਿਆ। ਉਸ ਤੋਂ ਇਹ ਬਖਸ਼ਿਸ਼ ਸੰਭਾਲੀ ਨਹੀਂ ਜਾ ਸਕੀ। ਅਸਲ ਵਿੱਚ ਸੰਤ ਜੀ ਉਸ ਦੀ ਸੇਵਾ 'ਤੇ ਖੁਸ਼ ਸਨ, ਪਰੰਤੂ ਜਾਪਦਾ ਹੈ ਕਿ ਸੰਤ ਜੀ ਨੇ ਉਸ ਵਿੱਚ ਪਾਤਰਤਾ ਦੀ ਘਾਟ ਦੇਖ ਕੇ ਇਹ ਕਲਾ ਵਾਪਸ ਖਿੱਚ ਲਈ, ਜਾਂ ਇਹ ਸਮਝ ਸਕਦੇ ਹਾਂ ਕਿ ਇੱਕਦਮ ਨਾ ਵੀ ਸਹੀ ਤਾਂ ਵੀ ਉਹ ਅੰਮ੍ਰਿਤ ਰਸ ਦੀ ਪ੍ਰਾਪਤੀ ਵਿੱਚ ਹੌਲੀ ਹੌਲੀ ਵੱਧਦਾ ਜਾਵੇਗਾ। ਬੀਜ ਬੀਜਿਆ ਗਿਆ ਪ੍ਰਫੁੱਲਤ ਹੁੰਦਾ ਰਹੇਗਾ। ਮੈਂ ਕਿਸੇ ਵੱਖਰੇ ਸਮੇਂ 'ਤੇ ਸੰਤ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ, ਉਹ ਸਿੰਘ ਨਾਮ ਦਾ ਰਸ ਵੀ ਮਾਣ ਰਿਹਾ ਸੀ ਅਤੇ ਉਹ ਕਹਿ ਰਿਹਾ ਸੀ ਕਿ ਮੈਂ ਨਾਮ ਜਪ ਹੀ ਨਹੀਂ ਰਿਹਾ। ਸੰਤ ਜੀ ਨੇ ਦੱਸਿਆ ਕਿ ਜਦੋਂ ਨਾਮ ਸਿਮਰਨ ਆਪ ਮੁਹਾਰੇ ਗੁਪਤੋ ਗੁਪਤ ਚੱਲ ਪੈਂਦਾ ਹੈ ਤਾਂ ਉਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਮੈਂ ਨਾਮ ਨਹੀਂ ਸਿਮਰ ਰਿਹਾ, ਪਰ ਤਾਂ ਵੀ ਨਾਮ ਸਿਮਰਨ ਅਚਿੰਤੇ ਹੀ ਹੋ ਰਿਹਾ ਹੁੰਦਾ ਹੈ ਅਤੇ ਨਾਮ ਦਾ ਰਸ ਵੀ ਆਈ ਜਾਂਦਾ ਹੈ। ਇਸ ਘਟਨਾ ਤੋਂ ਜੋ ਨਤੀਜਾ ਸਾਹਮਣੇ ਆਇਆ ਉਹ ਹੇਠ ਅਨੁਸਾਰ ਹੈ। ਨੰਬਰ 1, ਗੁਰੂ ਦੀ ਪ੍ਰੇਰਨਾ ਸਦਕਾ ਗੁਰੂ ਪਿਆਰਿਆਂ ਦੀ ਜਦੋਂ ਕਿਰਪਾ ਹੁੰਦੀ ਹੈ ਤਾਂ ਇੱਕ ਸਧਾਰਨ ਵਿਅਕਤੀ ਦੇ ਅੰਦਰ ਵੀ ਨਾਮ ਸਿਮਰਨ ਆਪ ਮੁਹਾਰੇ ਹੀ ਚੱਲ ਪੈਂਦਾ ਹੈ। ਇਸ ਲਈ ਕੋਈ ਯਤਨ ਹੀ ਨਹੀਂ ਕਰਨਾ ਪੈਂਦਾ। ਇਹ ਸਾਧਕੇ ਸੰਗ ਨਹੀਂ ਕਸ਼ਕਾਲ ਦੀ ਹੀ ਵਿਆਖਿਆ ਹੈ। ਗੁਰੂ ਦੇ ਪਿਆਰੇ ਗੁਰਸਿੱਖਾਂ ਦੀ ਖੁਸ਼ੀ ਦੀਆਂ ਬਰਕਤਾਂ ਦਾ ਕੋਈ ਅੰਤ ਨਹੀਂ। ਜਿਸ 'ਤੇ ਖੁਸ਼ੀ ਆ ਗਈ, ਕਿੰਨੀ ਕਮਾਲ ਦੀ ਬਖਸ਼ਿਸ਼ ਕਰ ਸਕਦੇ ਹਨ। ਸਾਨੂੰ ਵੀ ਇਹ ਖੁਸ਼ੀ ਦੱਸ ਰਹੀ ਹੈ ਕਿ ਗੁਰੂ ਦੇ ਪਿਆਰੇ ਇਹੋ ਜਿਹੇ ਗੁਰਸਿੱਖ ਭਾਵੇਂ ਪਰਲੋਕ ਵੀ ਜਾ ਵਸੇ, ਪਰ ਸਾਨੂੰ ਉਹਨਾਂ ਦਾ ਕਿੰਨਾ ਕੁ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਦੀ ਖੁਸ਼ੀ ਲੈਣ ਲਈ ਹੁਣ ਤਨ ਮਨ ਧਨ ਉਹਨਾਂ ਤੋਂ ਵਾਰ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਹਨਾਂ ਦੀ ਸਾਡੇ ਉੱਤੇ ਹੁਣ ਖੁਸ਼ੀ ਆ ਜਾਵੇ। ਜੇ ਹੁਣ ਵੀ ਉਹਨਾਂ ਦੀ ਖੁਸ਼ੀ ਸਾਨੂੰ ਪ੍ਰਾਪਤ ਹੋ ਜਾਵੇ ਤਾਂ ਵੀ ਉਹਨਾਂ ਦੀਆਂ ਬਰਕਤਾਂ ਦਾ ਅੰਤ ਹੀ ਕੋਈ ਨਹੀਂ ਹੋਣਾ।
ਸਮਝ ਲੈਣ ਵਾਲੀ ਗੱਲ ਹੈ ਕਿ ਇੱਕ ਸਾਦੇ ਜਿਹੇ ਬੰਦੇ ਦੇ ਅੰਦਰ ਨਾਮ ਅਭਿਆਸ ਅੰਦਰੋਂ ਹੀ ਅਚਿੰਤੇ ਹੀ ਇਸ ਤਰ੍ਹਾਂ ਹੋਣ ਲੱਗ ਜਾਵੇ, ਜਿਸ ਲਈ ਉਹ ਗੁਰਸਿੱਖ ਕਰ ਹੀ ਕੁਛ ਨਾ ਰਿਹਾ ਹੋਵੇ। ਐਡੀ ਵੱਡੀ ਦਾਤ ਅਚਿੰਤੇ ਹੀ ਕੇਵਲ ਸੰਤ ਜੀ ਦੀ ਖੁਸ਼ੀ ਨਾਲ ਹੀ ਮਿਲ ਜਾਵੇ, ਭਾਵੇਂ ਥੋੜ੍ਹੇ ਜਿਹੇ ਸਮੇਂ ਲਈ ਹੀ ਹੋਵੇ। ਸੰਤ ਜੀ ਦੀ ਅਵਸਥਾ ਬਾਰੇ ਕੀ ਦੱਸਦੀ ਹੈ? ਜਿਹੜੇ ਗੁਰਸਿੱਖ ਮੇਰੇ ਵਾਂਗ ਨਵੇਂ ਹੋਣ ਕਰਕੇ ਇਸ ਨੂੰ ਨਹੀਂ ਸਮਝ ਸਕਦੇ, ਉਹ ਹੋਰ ਥੋੜ੍ਹਾ ਬਹੁਤਾ ਵੀ ਨਾਮ ਜਪਣ ਵਾਲਿਆਂ ਤੋਂ ਸਮਝ ਲੈਣ। ਇਹ ਸਪਸ਼ਟ ਤੌਰ 'ਤੇ ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਘਾਣਾ ਦੀ ਤਸਵੀਰ ਹੈ। ਪ੍ਰਤੱਖ ਨੂੰ ਹੋਰ ਪ੍ਰਮਾਣ ਦੀ ਲੋੜ ਹੀ ਨਹੀਂ ਹੈ। ਨੰਬਰ 2, ਕਿਹਾ ਜਾਂਦਾ ਹੈ ਕਿ ਸ਼ੇਰਨੀ ਦਾ ਦੁੱਧ ਆਮ ਭਾਂਡੇ ਵਿੱਚ ਨਹੀਂ ਟਿਕਦਾ, ਇਹ ਸੋਨੇ ਦੇ ਭਾਂਡੇ ਵਿੱਚ ਹੀ ਸਮਾਉਂਦਾ ਹੈ। ਇਸੇ ਤਰ੍ਹਾਂ ਨਾਮ ਰਸ ਵੀ ਉਸ ਹਿਰਦੇ ਵਿੱਚ ਹੀ ਟਿਕ ਸਕਦਾ ਹੈ ਜਿਹੜਾ ਹਿਰਦਾ ਗੁਰੂ ਵੱਲੋਂ ਸਾਜ ਸੰਵਾਰ ਦਿੱਤਾ ਜਾਵੇ। ਉਹਨਾਂ ਗੁਰਸਿੱਖਾਂ ਦੇ ਅੰਦਰ ਅਜਿਹੀ ਜਰਨ ਸ਼ਕਤੀ ਆ ਜਾਂਦੀ ਹੈ ਕਿ ਉਹ ਇੰਨੀ ਵੱਡੀ ਦਾਤ ਨੂੰ ਸੰਭਾਲਣ ਦੇ ਯੋਗ ਹੋ ਜਾਂਦੇ ਹਨ। ਨਹੀਂ ਤਾਂ ਅੰਨੇ ਬਸ ਮਾਣਕ ਪਾਇਆ ਘਰ ਘਰ ਵੇਚਣ ਜਾਏ, ਉਹਨਾਂ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ। ਅਨੁਸਾਰ ਕਾਦਰਹੀਣ ਮਨੁੱਖ ਇਸ ਨਾਮ ਰਸ ਦੀ ਕੀਮਤ ਨਹੀਂ ਸਮਝ ਸਕਦਾ, ਇਸੇ ਕਰਕੇ ਸੰਭਾਲ ਕੇ ਵੀ ਨਹੀਂ ਰੱਖ ਸਕਦਾ। ਇਹੀ ਕਾਰਨ ਹੈ ਕਿ ਪ੍ਰਾਤਨ ਗੁਰਸਿੱਖਾਂ ਦੇ ਮਾਰਗ ਤੋਂ ਉਲਟ ਅੱਜ ਅਸੀਂ ਲਗਭਗ ਸਾਰੇ ਹੀ ਗੁਰਸਿੱਖ ਅਸਲ ਭਾਵ ਵਿੱਚ ਨਾਮ ਦੀ ਕਮਾਈ ਕਰਨ ਤੋਂ ਹਟ ਹੀ ਗਏ ਅਤੇ ਸੰਭਾਲ ਕੇ ਰੱਖਣ ਯੋਗ ਵੀ ਨਹੀਂ ਰਹੇ। ਕੇਵਲ ਸੰਗਤ ਵਿੱਚ ਜਾ ਕੇ ਨੁਮਾਇਸ਼ ਲਾਉਣ ਦੇ ਚਸਕੇ ਵਿੱਚ ਹੀ ਫਸ ਕੇ ਰਹਿ ਗਏ। ਸੰਤ ਜੀ ਸਮਾਗਮਾਂ ਵਿੱਚ ਜਾਣ ਦੇ ਵਿਰੁੱਧ ਨਹੀਂ ਸਨ, ਪਰ ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਦੱਸਿਆ ਹੈ ਕਿ 8 ਪਹਿਰ ਨਾਮ ਜਪਣਾ, ਨਾਲ ਦੀ ਨਾਲ 8 ਪਹਿਰ ਕੀਰਤਨ ਕਰਨਾ, ਇਹ ਜੁਗਤੀ ਕਿਸੇ ਵੇਲੇ ਨੂੰ ਹੀ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ। ਜਿਨ੍ਹਾਂ ਨੂੰ ਇਹ ਜੁਗਤੀ ਪ੍ਰਾਪਤ ਹੋ ਜਾਂਦੀ ਹੈ ਉਹ ਕਿਤੇ ਵੀ ਹੋਣ ਕੀਰਤਨ ਸਮਾਗਮ ਵਿੱਚ ਹੀ ਹੁੰਦੇ ਹਨ। ਇਸੇ ਕਰਕੇ ਹੀ ਸੰਤ ਜੀ ਕਹਿੰਦੇ ਸਨ ਕਿ ਕੀਰਤਨ ਸਮਾਗਮਾਂ ਵਿੱਚ ਮੈਂ ਕੀ ਕਰਾਂਗਾ, ਪਰੰਤੂ ਕਹਿੰਦੇ ਕੇਵਲ ਭਾਈ ਸਾਹਿਬ ਨੂੰ ਹੀ ਸਨ। ਭਾਈ ਸਾਹਿਬ ਜੀ ਇਸ ਗੱਲ ਨੂੰ ਸਮਝਦੇ ਸਨ ਅਤੇ ਤਾਂ ਹੀ ਚੁੱਪ ਹੋ ਜਾਂਦੇ ਸਨ, ਜਾਂ ਫਿਰ ਦੁਬਾਰਾ ਜ਼ੋਰਦਾਰ ਹੁਕਮ ਨਾਲ ਮਨਾ ਲੈਂਦੇ ਸਨ। ਫਿਰ ਵੀ ਬਾਬਾ ਜੀ ਨੇ ਸਾਨੂੰ ਰੋਜ਼ ਕੀਰਤਨ ਕਰਨ ਦੀ ਆਦਤ ਪਾਉਣ ਲਈ ਪਹਿਲਾਂ ਆਪ ਕੀਰਤਨ ਨੂੰ ਆਪਣੇ ਰੋਜ਼ ਦੇ ਨਿਤਨੇਮ ਦਾ ਸਦਾ ਹੀ ਹਿੱਸਾ ਬਣਾ ਕੇ ਰੱਖਿਆ ਹੈ। ਉਸ ਜ਼ਮਾਨੇ ਮੁਤਾਬਕ, ਭਾਵ ਜਦੋਂ ਮੈਂ ਸੰਤ ਜੀ ਦੀ ਸੰਗਤ ਵਿੱਚ 1973 ਵਿੱਚ ਆਇਆ ਸੀ, ਉਦੋਂ ਭਾਵੇਂ ਇਹ ਕੀਰਤਨ ਬਿਲਕੁਲ ਸਾਦੇ ਜਿਹੇ ਕੀਰਤਨੀਆਂ ਤੋਂ ਸੁਣਦੇ ਸਨ, ਭਾਵੇਂ ਰੇਡੀਓ ਤੋਂ ਹੀ, ਪਰ ਕੀਰਤਨ ਰੋਜ਼ ਸੁਣਨਾ ਉਹਨਾਂ ਦਾ ਸਦਾ ਹੀ ਨੇਮ ਰਿਹਾ ਹੈ। ਇੰਨਾ ਹੀ ਨਹੀਂ, ਉਹ ਹੋਰ ਵੀ ਸਭ ਨੂੰ ਬਹੁਤ ਜ਼ੋਰਦਾਰ ਢੰਗ ਨਾਲ ਸਿੱਖਿਆ ਅਤੇ ਪ੍ਰੇਰਨਾ ਦਿੰਦੇ ਹੁੰਦੇ ਸਨ ਕਿ ਅੱਖਾਂ ਮੀਚ ਕੇ ਧਿਆਨ ਧਰ ਕੇ ਇਕੱਲੇ ਹੀ ਕੀਰਤਨ ਰੋਜ਼ ਕਰੋ ਜਾਂ ਸੁਣੋ। ਸਹਿਜ ਸੁਭਾਵ ਸੰਗਤ ਵੀ ਹੋ ਜਾਵੇ ਤਾਂ ਵਧੀਆ ਹੈ, ਪਰ ਸੰਗਤ ਹੋਣ ਦੇ ਹੀ ਚਸਕਾਲੂ ਨਾ ਬਣੋ।